ਹੁਕਮ ਮੰਨਣ ਵਿੱਚ ਸੁੱਖ। ਸਤਿਗੁਰੂ ਜਗਜੀਤ ਸਿੰਘ ਜੀ ਦਾ ਹੁਕਮ ਨਾ ਮੰਨਣ ਕਰਕੇ ਸੰਤ ਬਲਦੇਵ ਸਿੰਘ ਜੀ ਨਾਲ ਕੀ ਹੋਇਆ ਉਹ ਆਪ ਹੀ ਦੱਸ ਰਹੇ ਹਨ। ਸੰਤ ਬਲਦੇਵ ਸਿੰਘ ਜੀ ਪਿੰਡ ਰਾਣੀਆਂ, ਜ਼ਿਲ੍ਹਾ ਸਿਰਸਾ ਦੇ ਰਹਿਣ ਵਾਲੇ ਹਨ। ਸੰਤ ਜੀ ਦੇ ਪਿਤਾ ਸੰਤ ਨਾਰਾਇਣ ਸਿੰਘ ਜੀ ਨੇ ਬਚਪਨ ਤੋਂ ਇਹਨਾਂ ਨੂੰ ਸਤਿਗੁਰੂ ਜਗਜੀਤ ਸਿੰਘ ਜੀ ਦੇ ਚਰਨਾਂ ਵਿੱਚ ਭੇਟ ਕਰ ਦਿੱਤਾ ਸੀ। ਨਾਲ ਅਰਜ਼ ਵੀ ਕੀਤੀ ਕਿ ਕਾਕੇ ਦੀ ਪਾਲਣਾ ਵੀ ਆਪ ਹੀ ਕਰੋ ਤੇ ਕਿਰਪਾ ਕਰੋ ਕਾਕਾ ਚੰਗੇ ਰਾਹ 'ਤੇ ਚੱਲੇ। ਸੱਚੇ ਪਾਤਸ਼ਾਹ ਜੀ ਨੇ ਕਾਕੇ ਬਲਦੇਵ ਸਿੰਘ ਨਾਲ ਬਚਨ ਕੀਤਾ, ਕਾਕਾ ਤੂੰ ਜ਼ਿੰਦਗੀ ਵਿੱਚ ਕੀ ਬਣਨਾ ਚਾਹੁੰਦਾ ਹੈ? ਕਾਕੇ ਨੇ ਅਰਜ਼ ਕੀਤੀ, ਜੀ ਮੈਨੂੰ ਸੰਗੀਤ ਦਾ ਸ਼ੌਕ ਹੈ। ਸੱਚੇ ਪਾਤਸ਼ਾਹ ਜੀ ਨੇ ਕਾਕੇ ਨੂੰ ਭਾਰਤ ਦੇ ਪ੍ਰਸਿੱਧ ਸੰਗੀਤਕਾਰਾਂ ਤੋਂ ਸੰਗੀਤ ਦੀ ਵਿੱਦਿਆ ਸਿਖਵਾਈ। ਸੰਤ ਬਲਦੇਵ ਸਿੰਘ ਜੀ ਸੰਗੀਤ ਦੀ ਵਿੱਦਿਆ ਲੈ ਕੇ ਸੱਚੇ ਪਾਤਸ਼ਾਹ ਜੀ ਨਾਲ ਦੇਸ਼ ਤੇ ਵਿਦੇਸ਼ ਵਿੱਚ ਕੀਰਤਨ ਕਰਦੇ ਰਹੇ। ਸੱਚੇ ਪਾਤਸ਼ਾਹ ਦੀ ਹਜ਼ੂਰੀ ਵਿੱਚ ਇੱਕ ਵਾਰੀ ਸਿਰਸਾ 25 ਜੋੜਿਆਂ ਦੇ ਆਨੰਦ ਕਾਰਜ ਹੋਏ। ਹਰ ਨਾਮਧਾਰੀ ਨੂੰ ਪਤਾ ਹੈ ਵਿਆਹ ਸਾਦੇ ਤਰੀਕੇ ਨਾਲ ਕਰਨਾ ਹੈ ਤੇ ਕੋਈ ਪਾਰਟੀ ਨਹੀਂ ਕਰਨੀ ਹੈ। ਪਰ ਜਿਹੜੇ ਸਿਰਸਾ 25 ਜੋੜਿਆਂ ਦੇ ਵਿਆਹ ਹੋਏ ਸਨ, ਉਹਨਾਂ ਵਿੱਚ ਇੱਕ ਜੋੜੇ ਦੇ ਪਿਤਾ ਸੰਤੋਖ ਸਿੰਘ ਸਿਰਸਾ ਦੇ ਬੜੇ ਵੱਡੇ ਠੇਕੇਦਾਰ ਸਨ। ਠੇਕੇਦਾਰ ਸੰਤੋਖ ਸਿੰਘ ਨੇ ਆਪਣੇ ਪੁੱਤਰ ਦੇ ਵਿਆਹ 'ਤੇ ਸਿਰਸੇ ਵਿੱਚ ਬੜੀ ਵੱਡੀ ਪਾਰਟੀ ਕੀਤੀ। ਸਤਿਗੁਰੂ ਜਗਜੀਤ ਸਿੰਘ ਜੀ ਨੇ ਕੁਝ ਸਮੇਂ ਬਾਅਦ ਸਿਰਸਾ ਦਰਸ਼ਨ ਦਿੱਤੇ। ਸੱਚੇ ਪਾਤਸ਼ਾਹ ਜੀ ਕੋਲ ਕੁਝ ਸਿੱਖਾਂ ਨੇ ਅਰਜ਼ ਕੀਤੀ, ਸੱਚੇ ਪਾਤਸ਼ਾਹ ਜੀ, ਠੇਕੇਦਾਰ ਸੰਤੋਖ ਸਿੰਘ ਨੇ ਵਿਆਹ ਦੀ ਪਾਰਟੀ ਕੀਤੀ ਹੈ। ਸੱਚੇ ਪਾਤਸ਼ਾਹ ਜੀ ਨੇ ਠੇਕੇਦਾਰ ਸੰਤੋਖ ਸਿੰਘ ਨੂੰ ਸਾਧ ਸੰਗਤ ਦੇ ਵਿੱਚ ਮਾਫ਼ੀ ਮੰਗਣ ਲਈ ਹੁਕਮ ਕੀਤਾ, ਪਰ ਠੇਕੇਦਾਰ ਨੇ ਮਾਫ਼ੀ ਮੰਗਣ ਤੋਂ ਨਾ ਕਰ ਦਿੱਤੀ। ਸੱਚੇ ਪਾਤਸ਼ਾਹ ਜੀ ਨੇ ਹੁਕਮ ਕਰ ਦਿੱਤਾ, ਜਦੋਂ ਤੱਕ ਠੇਕੇਦਾਰ ਮਾਫ਼ੀ ਨਹੀਂ ਮੰਗੇਗਾ ਕੋਈ ਵੀ ਸਿੱਖ ਇਸ ਦੇ ਘਰ ਨਹੀਂ ਜਾਵੇਗਾ। ਸੱਚੇ ਪਾਤਸ਼ਾਹ ਜੀ ਦਾ ਹੁਕਮ ਅਕਾਲ ਪੁਰਖ ਦਾ ਹੁਕਮ ਹੈ। ਹੁਕਮ ਦੀ ਉਲੰਘਣਾ ਕਰਨ ਬਾਰੇ ਕੋਈ ਸਿੱਖ ਸੁਪਨੇ ਵਿੱਚ ਵੀ ਨਹੀਂ ਸੋਚ ਸਕਦਾ। 1 ਸਾਲ ਬਾਅਦ ਠੇਕੇਦਾਰ ਦੇ ਘਰ ਪੋਤਰਾ ਹੋਇਆ। ਠੇਕੇਦਾਰ ਨੇ ਪੋਤਰੇ ਦੀ ਖੁਸ਼ੀ ਵਿੱਚ ਫਿਰ ਆਪਣੇ ਘਰ ਪਾਰਟੀ ਕੀਤੀ ਤੇ ਸਾਰੀ ਸੰਗਤ ਨੂੰ ਪਾਰਟੀ ਵਿੱਚ ਆਉਣ ਲਈ ਸੱਦਾ ਦਿੱਤਾ, ਪਰ ਨਾਮਧਾਰੀ ਸੰਗਤ ਨੇ ਪਾਰਟੀ ਦਾ ਪੂਰਾ ਬਾਈਕਾਟ ਕੀਤਾ। ਸੰਨ 1980 ਦੀ ਗੱਲ ਹੈ। ਸੰਤ ਬਲਦੇਵ ਸਿੰਘ ਜੀ ਸਿਰਸਾ ਕੁਝ ਦਿਨਾਂ ਲਈ ਆਪਣੇ ਘਰ ਆਏ ਹੋਏ ਸਨ ਤਾਂ ਠੇਕੇਦਾਰ ਨੇ ਸੰਤ ਬਲਦੇਵ ਸਿੰਘ ਨੂੰ ਉਹਨਾਂ ਦੇ ਘਰ ਆਸਾ ਦੀ ਵਾਰ ਲਗਾਉਣ ਦੀ ਬੇਨਤੀ ਕੀਤੀ। ਸੰਤ ਬਲਦੇਵ ਸਿੰਘ ਜੀ ਆਪਣੇ ਜਥੇ ਨਾਲ ਵਾਰ ਲਗਾਉਣ ਲਈ ਚਲੇ ਗਏ। ਠੇਕੇਦਾਰ ਦੇ ਘਰ ਵਾਰ ਦੇ ਸਿਰਸਾ ਦੇ ਹੋਰ ਵੀ ਕਈ ਨਾਮਧਾਰੀ ਗਏ। ਇਸ ਤੋਂ 3 ਮਹੀਨੇ ਬਾਅਦ ਸੱਚੇ ਪਾਤਸ਼ਾਹ ਜੀ ਨੇ ਸਿਰਸਾ ਦੇ ਨਿਵਾਸੀ ਸੰਤ ਤੇਜਾ ਸਿੰਘ ਚੰਦੋਵਾਲੀਏ ਦੇ ਘਰ ਅਖੰਡ ਪਾਠ ਦੇ ਭੋਗ ਤੇ ਦਰਸ਼ਨ ਦਿੱਤੇ। ਆਸਾ ਦੀ ਵਾਰ ਸੰਤ ਬਲਦੇਵ ਸਿੰਘ ਜੀ ਲਗਾ ਰਹੇ ਸਨ। ਭੋਗ ਦੇ ਸਮੇਂ ਠੇਕੇਦਾਰ ਸੰਤੋਖ ਸਿੰਘ ਵੀ ਆ ਗਿਆ। ਠੇਕੇਦਾਰ ਨੂੰ ਵੇਖ ਕੇ ਸੱਚੇ ਪਾਤਸ਼ਾਹ ਜੀ ਨੇ ਸੰਤ ਤੇਜਾ ਸਿੰਘ ਜੀ ਨੂੰ ਬਚਨ ਕੀਤਾ, ਜੇ ਠੇਕੇਦਾਰ ਨੂੰ ਅਖੰਡ ਪਾਠ ਤੇ ਬੁਲਾਉਣਾ ਸੀ ਤੇ ਫਿਰ ਮੈਨੂੰ ਕਿਉਂ ਬੁਲਾਇਆ ਹੈ? ਸੰਤ ਤੇਜਾ ਸਿੰਘ ਜੀ ਨੇ ਬੜੀ ਨਿਮਰਤਾ ਨਾਲ ਅਰਜ਼ ਕੀਤੀ, ਸੱਚੇ ਪਾਤਸ਼ਾਹ ਜੀ, ਅਸੀਂ ਇਸ ਨੂੰ ਨਹੀਂ ਬੁਲਾਇਆ, ਇਹ ਆਪ ਹੀ ਬਿਨਾਂ ਬੁਲਾਇਆ ਆ ਗਿਆ ਹੈ। ਸੱਚੇ ਪਾਤਸ਼ਾਹ ਜੀ ਨੂੰ ਕਿਸੇ ਨੇ ਅਰਜ਼ ਕੀਤੀ, ਸੱਚੇ ਪਾਤਸ਼ਾਹ ਜੀ, ਸਿਰਸੇ ਦੀ ਸੰਗਤ ਇਸ ਨਾਲ ਮੇਲ ਜੋੜ ਰੱਖਦੀ ਹੈ। ਇਸ ਦੇ ਘਰ ਆਸਾ ਦੀ ਵਾਰ ਦੇ ਕਈ ਸਿੱਖ ਗਏ ਸਨ। ਸਤਿਗੁਰੂ ਜਗਜੀਤ ਸਿੰਘ ਜੀ ਨੇ ਬਚਨ ਕੀਤਾ, ਪਹਿਲੇ ਉਹ ਸਰੀਰ ਉੱਠਣ ਜੋ ਠੇਕੇਦਾਰ ਸੰਤੋਖ ਸਿੰਘ ਦੇ ਘਰ ਕੀਰਤਨ ਕਰਨ ਗਏ ਸਨ। ਬਲਦੇਵ ਸਿੰਘ ਜੀ ਦੇ ਨਾਲ ਦੇ ਸਰੀਰ ਉੱਠੇ, ਪਰ ਬਲਦੇਵ ਸਿੰਘ ਨਾ ਉੱਠੇ। ਅੰਮ੍ਰਿਤਸਰ ਜ਼ਿਆਦਾ ਸਮਾਂ ਰਹਿਣ ਕਰਕੇ ਉਸ ਨੂੰ ਪਤਾ ਨਹੀਂ ਸੀ ਕਿ ਠੇਕੇਦਾਰ ਨੇ ਪਾਰਟੀ ਕੀਤੀ ਹੈ। ਆਸਾ ਦੀ ਵਾਰ ਵਾਲੇ ਦਿਨ ਵੀ ਉਸ ਨੂੰ ਕਿਸੇ ਨੇ ਨਹੀਂ ਦੱਸਿਆ। ਇਸ ਲਈ ਆਪਣੇ ਆਪ ਨੂੰ ਦੋਸ਼ੀ ਨਾ ਮੰਨਦੇ ਹੋਏ ਸੰਤ ਬਲਦੇਵ ਸਿੰਘ ਬੈਠੇ ਰਹੇ। ਸੱਚੇ ਪਾਤਸ਼ਾਹ ਜੀ ਨੇ ਫਿਰ ਬਚਨ ਕੀਤਾ, ਜੋ ਖੜੇ ਹੋਏ ਹਨ ਉਹ ਤਾਂ ਛੈਣੇ ਵਜਾਉਣ ਵਾਲੇ ਹੀ ਹਨ। ਜਥੇਦਾਰ ਕੌਣ ਸੀ ਉਹ ਵੀ ਖੜਾ ਹੋਵੇ। ਸੰਤ ਬਲਦੇਵ ਸਿੰਘ ਜੀ ਹੱਥ ਜੋੜ ਕੇ ਅਜੇ ਖੜੇ ਹੋ ਰਹੇ ਸਨ ਕਿ ਉਸ ਵੱਲ ਵੇਖ ਕੇ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਤੂੰ ਵੀ ਗਿਆ ਸੀ? ਸਤਿਗੁਰੂ ਜੀ ਨੇ ਫਿਰ ਗੁੱਸੇ ਵਿੱਚ ਬਚਨ ਕੀਤਾ, ਸਾਨੂੰ ਤੇਰੇ ਕੋਲੋਂ ਇਹ ਉਮੀਦ ਨਹੀਂ ਸੀ ਕਿ ਤੂੰ ਸਾਡੀ ਕੁੱਛੜ ਪਾਓ ਗੋਦੀ ਬਹਿ ਕੇ ਸਾਡੀ ਹੀ ਦਾੜੀ ਖੋਏਗਾ। ਤੈਨੂੰ ਤੇ ਸਾਰਾ ਪਤਾ ਹੈ ਕਿ ਤੂੰ ਕੀ ਕਰਨਾ ਹੈ ਤੇ ਕੀ ਨਹੀਂ ਕਰਨਾ ਹੈ। ਸੰਤ ਬਲਦੇਵ ਸਿੰਘ ਜੀ ਨੇ ਹੱਥ ਜੋੜ ਕੇ ਅਰਜ਼ ਕੀਤੀ, ਸੱਚੇ ਪਾਤਸ਼ਾਹ ਜੀ, ਮੈਂ ਤੇ ਵਾਰ ਲਗਾਉਣ ਗਿਆ ਸੀ, ਮੈਂ ਤੇ ਲੰਗਰ ਵੀ ਨਹੀਂ ਛਕਿਆ।
ਸੰਤ ਬਲਦੇਵ ਸਿੰਘ ਜੀ ਨੂੰ ਪਤਾ ਹੀ ਨਾ ਲੱਗਾ ਕਿ ਉਹਨਾਂ ਦਾ ਸੱਚੇ ਪਾਤਸ਼ਾਹ ਜੀ ਨਾਲ ਅਰਜ਼ ਕਰਨ ਦਾ ਲਹਿਜਾ ਬਹਿਸ ਵਰਗਾ ਹੋ ਗਿਆ ਸੀ। ਇਸ ਘਟਨਾ ਤੋਂ 15 ਦਿਨਾਂ ਬਾਅਦ ਸੰਤ ਬਲਦੇਵ ਸਿੰਘ ਜੀ ਦੇ ਠੋਡੀ ਦੇ ਥੱਲਿਓਂ ਵਾਲ ਝੜਨੇ ਸ਼ੁਰੂ ਹੋ ਗਏ। ਅੰਮ੍ਰਿਤਸਰ ਇੱਕ ਹਕੀਮ ਕੋਲੋਂ 4 ਮਹੀਨੇ ਦਵਾਈ ਖਾਧੀ ਪਰ ਕੋਈ ਫਰਕ ਨਹੀਂ ਪਿਆ। ਵਾਲ ਝੜਦੇ ਰਹੇ। ਫਿਰ ਅੰਗਰੇਜ਼ੀ ਦਵਾਈ ਲਈ ਕਈ ਮਹੀਨੇ ਖਾਂਦੇ ਰਹੇ ਪਰ ਕੋਈ ਫਰਕ ਨਹੀਂ ਪਿਆ, ਸਗੋਂ ਪੂਰੇ ਚਿਹਰੇ 'ਤੇ ਕੋਈ ਵਾਲ ਨਾ ਰਿਹਾ। ਉਹਨਾਂ ਦੀ ਅਜੀਬ ਜਿਹੀ ਸ਼ਕਲ ਹੋ ਗਈ ਅਤੇ ਸ਼ੀਸ਼ੇ ਅੱਗੇ ਖੜ੍ਹਨ ਵੇਲੇ ਅਤੇ ਬਾਹਰ ਜਾਣ ਵੇਲੇ ਬੜੀ ਸ਼ਰਮ ਆਉਂਦੀ ਸੀ। ਸੰਨ 1981 ਅੱਸੂ ਦੇ ਮੇਲੇ ਵਿੱਚ ਸੰਤ ਜੀ ਨੂੰ ਸੁਪਨਾ ਆਇਆ। ਸੁਪਨੇ 'ਚ ਸੱਚੇ ਪਾਤਸ਼ਾਹ ਜੀ ਨੇ ਉਹੀ ਬਚਨ ਕੀਤਾ, ਸਾਨੂੰ ਤੇਰੇ ਕੋਲੋਂ ਇਹ ਉਮੀਦ ਨਹੀਂ ਸੀ ਕਿ ਤੂੰ ਸਾਡੀ ਕੁੱਛੜ ਬਹਿ ਕੇ ਸਾਡੀ ਦਾੜੀ ਖੋਹੇਗਾ। ਫਿਰ ਵੀ ਸੰਤ ਜੀ ਸੁਪਨੇ ਦਾ ਅਰਥ ਨਾ ਸਮਝ ਸਕੇ। ਥੋੜ੍ਹੀ ਦੇਰ ਬਾਅਦ ਉੱਠ ਕੇ ਇਸ਼ਨਾਨ ਕੀਤਾ ਅਤੇ ਆਸਾ ਦੀ ਵਾਰ ਵਿੱਚ ਚਲੇ ਗਏ। ਉੱਥੇ ਬੈਠਿਆ ਹੋਇਆ ਸੰਤ ਬਲਦੇਵ ਸਿੰਘ ਜੀ ਨੂੰ ਖਿਆਲ ਆਇਆ ਕਿ ਦਾੜੀ ਦੇ ਵਾਲ ਝੜਨ ਦਾ ਅਸਲ ਕਾਰਨ ਕੀ ਹੈ। ਆਪਣੀ ਗਲਤੀ ਦਾ ਅਤੇ ਸੱਚੇ ਪਾਤਸ਼ਾਹ ਜੀ ਦੇ ਬਚਨ ਦਾ ਅਹਿਸਾਸ ਹੋਇਆ। ਉਸ ਦਿਨ ਸੰਤ ਬਲਦੇਵ ਸਿੰਘ ਜੀ ਨੇ ਸਤਿਗੁਰੂ ਜਗਜੀਤ ਸਿੰਘ ਜੀ ਦੇ ਚਰਨਾਂ ਵਿੱਚ ਅਰਜ਼ ਕੀਤੀ, ਸੱਚੇ ਪਾਤਸ਼ਾਹ ਜੀ, ਮੇਰੀ ਦਾੜੀ ਦੇ ਵਾਲ ਝੜ ਗਏ ਹਨ। ਬੜੀਆਂ ਦਵਾਈਆਂ ਖਾਧੀਆਂ ਹਨ ਪਰ ਕੋਈ ਫਰਕ ਨਹੀਂ ਪੈ ਰਿਹਾ। ਆਪ ਜੀ ਕਿਰਪਾ ਕਰੋ। ਸੱਚੇ ਪਾਤਸ਼ਾਹ ਜੀ ਨੇ ਹੱਸ ਕੇ ਬਚਨ ਕੀਤਾ, ਚੱਲ ਤੈਨੂੰ ਦਵਾਈ ਲੈ ਦਿਆਂਗੇ। ਪਰ ਰਜਾ ਹੀ ਕੁਛ ਐਸੀ ਸੀ, ਦਵਾਈ ਕਿਸੇ ਕਾਰਨ ਨਾ ਮਿਲ ਸਕੀ। ਸੱਚੇ ਪਾਤਸ਼ਾਹ ਜੀ ਅਗਲੇ ਸਾਲ ਸੰਨ 1982 ਵਿੱਚ ਕਲਕੱਤੇ ਦਾ 1 ਮਹੀਨੇ ਦਾ ਦੌਰਾ ਸੀ। ਸੰਤ ਬਲਦੇਵ ਸਿੰਘ ਜੀ ਵੀ ਨਾਲ ਗਏ ਹੋਏ ਸਨ, ਪਰ ਕਲਕੱਤੇ ਦੇ ਦੌਰੇ ਵਿੱਚ ਵੀ ਦਵਾਈ ਮਿਲ ਨਾ ਸਕੀ। ਸੱਚੇ ਪਾਤਸ਼ਾਹ ਜੀ ਨੇ ਸੰਨ 1984 ਵਿੱਚ ਸੰਤ ਬਲਦੇਵ ਸਿੰਘ ਜੀ ਨੂੰ ਅਫਰੀਕਾ ਜਾਣ ਲਈ ਹੁਕਮ ਕੀਤਾ, ਕਿਉਂਕਿ ਅਗਲੇ ਸਾਲ 1985 ਵਿੱਚ ਅਫਰੀਕਾ ਦੇ ਦਾਰਾ ਸਲਾਮ ਸ਼ਹਿਰ ਵਿੱਚ ਹੋਲਾ ਹੋਣਾ ਸੀ। ਭਾਰਤ ਤੋਂ ਵੀ ਬੜੀ ਸੰਗਤ ਗਈ ਹੋਈ ਸੀ। ਸੱਚੇ ਪਾਤਸ਼ਾਹ ਜੀ ਨੇ ਹੋਲੇ 'ਤੇ ਦਰਸ਼ਨ ਦਿੱਤੇ। ਸਤਿਗੁਰੂ ਜੀ ਨੇ ਇੱਕ ਦਿਨ ਦੁਪਹਿਰ ਦੇ ਨਿਤਨਮ ਵੇਲੇ ਸੰਤ ਜੀ ਵੱਲ ਵੇਖ ਕੇ ਪਰਚੀ 'ਤੇ ਲਿਖ ਕੇ ਬਚਨ ਕੀਤਾ, ਤੂੰ ਗੋਕਾ ਘਿਓ ਪਾਓ ਗਾਂ ਦਾ ਘਿਓ ਨਾਲ ਪੈਰ ਦੀ ਤਲੀਆਂ 'ਤੇ ਮਾਲਿਸ਼ ਕਰ। ਬਲਦੇਵ ਸਿੰਘ ਜੀ ਨੇ 7 ਬਚਨ ਕੀਤਾ। ਸੱਚੇ ਪਾਤਸ਼ਾਹ ਜੀ ਨੇ 5-6 ਦਿਨਾਂ ਬਾਅਦ ਸੰਤ ਬਲਦੇਵ ਸਿੰਘ ਜੀ ਦੇ ਮੋਢਿਆਂ 'ਤੇ ਹੱਥ ਰੱਖ ਕੇ ਬਚਨ ਕੀਤਾ, ਉਹ ਕੰਮ ਤੂੰ ਕਰਦਾ ਹੁੰਦਾ ਹੈ ਜਿਹੜਾ ਤੈਨੂੰ ਦੱਸਿਆ ਸੀ, ਹੁਣ ਵਾਲ ਛੇਤੀ ਆ ਜਾਣਗੇ। ਬਖਸ਼ਿਸ਼ ਹੋ ਗਈ, ਰੋਗ ਖਤਮ ਹੋਣਾ ਹੀ ਸੀ। ਸੱਚੇ ਪਾਤਸ਼ਾਹ ਜੀ ਨੇ ਕੁਝ ਦਿਨਾਂ ਬਾਅਦ ਅਰੁੱਸਾ ਸ਼ਹਿਰ ਦਰਸ਼ਨ ਦਿੱਤੇ। ਸੱਚੇ ਪਾਤਸ਼ਾਹ ਜੀ ਨੇ ਉੱਥੇ ਵੀ ਬਲਦੇਵ ਸਿੰਘ ਜੀ ਦੇ ਮੋਢੇ 'ਤੇ ਹੱਥ ਰੱਖ ਕੇ ਬਚਨ ਕੀਤਾ, ਬਲਦੇਵ ਸਿੰਘ, ਤੂੰ ਦਵਾਈ ਉਸੇ ਤਰ੍ਹਾਂ ਕਰਦਾ ਹੈ ਕਿ ਨਹੀਂ? ਸੰਤ ਬਲਦੇਵ ਸਿੰਘ ਜੀ ਨੇ ਹੱਥ ਜੋੜ ਕੇ ਉੱਤਰ ਦਿੱਤਾ, ਕਰਦਾ ਹਾਂ ਸੱਚੇ ਪਾਤਸ਼ਾਹ ਜੀ। ਸਤਿਗੁਰੂ ਜੀ ਨੇ ਫੇਰ ਬਚਨ ਕੀਤਾ, ਹੁਣ ਛੇਤੀ ਵਾਲ ਆ ਜਾਣਗੇ। ਸੱਚੇ ਪਾਤਸ਼ਾਹ ਜੀ ਨੇ ਸੰਤ ਬਲਦੇਵ ਸਿੰਘ ਜੀ ਨੂੰ ਜਿਸ ਤਰ੍ਹਾਂ ਹੁਕਮ ਕੀਤਾ ਸੀ, ਸੰਤ ਜੀ ਨੇ 20 ਦਿਨ ਉਸੇ ਤਰ੍ਹਾਂ ਹੀ ਕੀਤਾ। ਸੰਤ ਜੀ ਦੇ 4-5 ਸਾਲ ਵਾਲ ਝੜਦੇ ਰਹੇ, ਪਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਮਹੀਨੇ ਦੇ ਵਿੱਚ ਹੀ ਦਾੜੀ ਦੇ ਵਾਲ ਆਉਣੇ ਸ਼ੁਰੂ ਹੋ ਗਏ। ਇਹ ਵੇਖ ਕੇ ਸੱਚੇ ਪਾਤਸ਼ਾਹ ਜੀ ਬੜੇ ਖੁਸ਼ ਹੋਏ। ਸੱਚੇ ਪਾਤਸ਼ਾਹ ਜੀ ਨੇ ਹੋਲੇ ਦੇ ਭੋਗ ਤੋਂ ਬਾਅਦ ਬਲਦੇਵ ਸਿੰਘ ਨੂੰ ਵੇਖ ਕੇ ਬਚਨ ਕੀਤਾ, ਇਹ ਵੇਖੋ ਕਿੰਨੀ ਸੋਹਣੀ ਦਾੜੀ ਆਈ ਹੈ। ਕਵੀ ਪ੍ਰੀਤਮ ਸਿੰਘ ਜੀ ਨੇ ਅਰਜ਼ ਕੀਤੀ, ਦਾੜੀ ਚਿੱਟੀ ਆ ਰਹੀ ਹੈ, ਘਰ ਵਾਲਿਆਂ ਨੇ ਪਛਾਣਨਾ ਨਹੀਂ। ਸਤਿਗੁਰੂ ਜੀ ਨੇ ਹੱਸ ਕੇ ਬਚਨ ਕੀਤਾ, ਦਾੜੀ ਤੇ ਆ ਗਈ ਹੈ, ਇਹ ਤੇ ਮੰਨਦੇ ਹੋ। ਦਵਾਈਆਂ ਖਾ ਖਾ ਕੇ ਇਸ ਦੀ ਚਮੜੀ 'ਤੇ ਅਸਰ ਹੋ ਗਿਆ ਸੀ, ਇਸ ਲਈ ਦਾੜੀ ਚਿੱਟੀ ਆਈ ਹੈ। ਕੋਈ ਗੱਲ ਨਹੀਂ, ਹੋਰ ਵੀ 10 ਸਾਲਾਂ ਨੂੰ ਦਾੜੀ ਚਿੱਟੀ ਹੋਣੀ ਸੀ। ਸਤਿਗੁਰੂ ਜਗਜੀਤ ਸਿੰਘ ਜੀ ਦਾ ਹੁਕਮ ਨਾ ਮੰਨਣ ਕਰਕੇ ਹੁਣ ਠੇਕੇਦਾਰ ਸੰਤੋਖ ਸਿੰਘ ਨਾਲ ਕੀ ਹੋਇਆ, ਇਹ ਸਾਖੀ ਸੁਣੋ। ਸੱਚੇ ਪਾਤਸ਼ਾਹ ਜੀ ਕੋਲ ਜਦੋਂ ਸੰਤ ਬਲਦੇਵ ਸਿੰਘ ਜੀ ਆਪਣੀ ਦਾੜੀ ਝੜਨ ਵਾਲੀ ਅਰਜ਼ ਕਰਨ ਗਏ ਤਾਂ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ, ਠੇਕੇਦਾਰ ਸੰਤੋਖ ਸਿੰਘ ਨੂੰ ਕਹਿ ਕਿ ਆਪਣੀ ਲੜਕੀ ਦਾ ਰਿਸ਼ਤਾ ਛੱਡ ਦੇਵੇ। ਠੇਕੇਦਾਰ ਨੇ ਮੁੰਡੇ ਦੇ ਵਿਆਹ ਦੀ ਪਾਰਟੀ ਕੀਤੀ ਸੀ, ਇਸ ਲਈ ਉਸਦਾ ਬਾਈਕਾਟ ਸੀ। ਜਦੋਂ ਬਾਈਕਾਟ ਸੀ ਉਦੋਂ ਉਸਨੇ ਆਪਣੀ ਲੜਕੀ ਦਾ ਰਿਸ਼ਤਾ ਖੁੱਲ੍ਹਿਆਂ ਭਾਵ ਗੈਰ ਨਾਮਧਾਰੀਆਂ ਵਿੱਚ ਕਰ ਦਿੱਤਾ ਸੀ। ਸਤਿਗੁਰੂ ਜੀ ਦਾ ਹੁਕਮ ਮੰਨ ਕੇ ਸੰਤ ਬਲਦੇਵ ਸਿੰਘ ਜੀ ਠੇਕੇਦਾਰ ਸੰਤੋਖ ਸਿੰਘ ਕੋਲ ਗਏ ਅਤੇ ਉਸ ਨੂੰ ਸੱਚੇ ਪਾਤਸ਼ਾਹ ਜੀ ਦਾ ਹੁਕਮ ਮੰਨਣ ਅਤੇ ਬਖਸ਼ਬੰਦੀ ਕਰਵਾਉਣ ਲਈ ਕਿਹਾ, ਪਰ ਠੇਕੇਦਾਰ ਨਾ ਮੰਨਿਆ।
ਸੱਚੇ ਪਾਤਸ਼ਾਹ ਜੀ ਕੋਲ ਫਿਰ ਸੰਤ ਬਲਦੇਵ ਸਿੰਘ ਜੀ ਅਰਜ਼ ਕਰਨ ਲਈ ਗਏ। ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਬਲਦੇਵ ਸਿੰਘ ਠੇਕੇਦਾਰ ਨਾਲ ਕੀ ਗੱਲ ਹੋਈ? ਸੰਤ ਬਲਦੇਵ ਸਿੰਘ ਜੀ ਨੇ ਅਰਜ਼ ਕੀਤੀ, ਸੱਚੇ ਪਾਤਸ਼ਾਹ ਜੀ, ਠੇਕੇਦਾਰ ਨੇ ਆਪ ਜੀ ਦੀ ਕੋਈ ਗੱਲ ਨਹੀਂ ਮੰਨੀ ਤੇ ਅੱਗੋਂ ਕਿਹਾ ਹੈ ਕਿ ਮੈਂ ਅਜੇ ਨਹੀਂ ਬਖਸ਼ਬੰਦੀ ਕਰਵਾਉਣੀ। ਕਾਹਲੀ ਕੀ ਹੈ, ਕਰਵਾ ਲਵਾਂਗੇ ਬਖਸ਼ਬੰਦੀ, ਤੂੰ ਅਜੇ ਰਹਿਣ ਦੇ। ਲੋਕ 2-2 ਸਾਲ ਬਾਅਦ ਵੀ ਬਖਸ਼ਬੰਦੀ ਕਰਵਾ ਲੈਂਦੇ ਹਨ। ਤੂੰ ਚਿੰਤਾ ਨਾ ਕਰ, ਮੈਂ ਆਪੇ ਹੀ ਬਖਸ਼ਬੰਦੀ ਕਰਵਾ ਲਵਾਂਗਾ। ਗਲ ਵਿੱਚ ਛਿੱਤਰਾਂ ਦਾ ਹਾਰ ਵੀ ਪਾ ਲਵਾਂਗਾ, ਮੂੰਹ ਵੀ ਕਾਲਾ ਕਰ ਲਵਾਂਗਾ, ਪਰ ਅਜੇ ਮੈਂ ਇਹ ਕੰਮ ਨਹੀਂ ਕਰਨਾ। ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਇੱਕ ਆਦਮੀ ਅੰਨਾ ਹੋਵੇ, ਖੂਹ ਵਿੱਚ ਡਿੱਗਦਾ ਹੋਵੇ, ਸੁਜਾਖਿਆਂ ਭਾਵ ਅੱਖਾਂ ਵਾਲੇ ਦਾ ਫਰਜ਼ ਬਣਦਾ ਹੈ ਕਿ ਉਸ ਨੂੰ ਬਚਾਈਏ, ਅਤੇ ਜਿਹੜਾ ਸੁਜਾਖਾ ਹੀ ਖੂਹ ਵਿੱਚ ਡਿੱਗਦਾ ਹੋਵੇ ਉਸ ਨੂੰ ਕੌਣ ਬਚਾ ਸਕਦਾ ਹੈ? ਉਸ ਨੂੰ ਸਾਰਾ ਪਤਾ ਸੀ ਕਿ ਨਾਮਧਾਰੀ ਮਰਿਆਦਾ ਇਸ ਤਰ੍ਹਾਂ ਦੀ ਹੈ, ਫਿਰ ਉਸਨੇ ਕਿਉਂ ਗਲਤੀ ਕੀਤੀ? ਪਰ ਚਲੋ ਜਿਵੇਂ ਸੱਚੇ ਪਾਤਸ਼ਾਹ ਦੀ ਰਜ਼ਾ। ਸੱਚੇ ਪਾਤਸ਼ਾਹ ਜੀ ਇੰਨਾ ਬਚਨ ਕਰਕੇ ਚੁੱਪ ਹੋ ਗਏ ਅਤੇ ਜਾਣ ਲਈ ਕਾਰ ਵਿੱਚ ਬੈਠ ਗਏ। ਸੰਤ ਬਲਦੇਵ ਸਿੰਘ ਨੂੰ ਜੀਵਨ ਨਗਰ ਬੁਲਾ ਕੇ ਉਸ ਦੀ ਗਲਤੀ ਮੁਆਫ ਕਰ ਦਿੱਤੀ। ਸਤਿਗੁਰੂ ਜੀ ਨੇ ਹੱਸ ਕੇ ਬਚਨ ਕੀਤਾ, ਚੱਲ ਤੈਨੂੰ ਦਵਾਈ ਲਿਆ ਦੇਵਾਂਗੇ। ਪਰ ਠੇਕੇਦਾਰ ਸੰਤੋਖ ਸਿੰਘ ਨਾਲ ਬੜੀ ਮਾੜੀ ਹੋਈ। ਉਸਨੇ ਬਖਸ਼ਬੰਦੀ ਨਹੀਂ ਕਰਵਾਈ ਤੇ ਫਿਰ ਉਸ ਦੀ ਅੱਖਾਂ ਦੀ ਨਜ਼ਰ ਘਟਣੀ ਸ਼ੁਰੂ ਹੋ ਗਈ। ਉਸ ਨੂੰ ਗਲਤੀ ਕੀਤੀ ਦਾ ਅਹਿਸਾਸ ਤਾਂ ਸੀ। ਜਦੋਂ ਨਜ਼ਰ ਘਟਣੀ ਸ਼ੁਰੂ ਹੋ ਗਈ ਤਾਂ ਉਹ ਬਖਸ਼ਬੰਦੀ ਕਰਵਾਉਣ ਦੀ ਕੋਸ਼ਿਸ਼ ਕਰਨ ਲੱਗਾ। ਸਤਿਗੁਰੂ ਜਗਜੀਤ ਸਿੰਘ ਜੀ ਇੱਕ ਦਿਨ ਸਰਸੇ ਕਿਸੇ ਦੇ ਘਰ ਚਰਨ ਪਾਉਣ ਗਏ। ਠੇਕੇਦਾਰ ਆਪਣਾ ਮੂੰਹ ਕਾਲਾ ਕਰਕੇ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਹਾਜ਼ਰ ਹੋਇਆ। ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਜਿਸਨੇ ਮੂੰਹ ਕਾਲਾ ਕੀਤਾ ਹੋਇਆ ਹੈ ਕੌਣ ਹੈ? ਸਿੱਖ ਨੇ ਅਰਜ਼ ਕੀਤੀ, ਸੱਚੇ ਪਾਤਸ਼ਾਹ ਜੀ, ਠੇਕੇਦਾਰ ਸੰਤੋਖ ਸਿੰਘ ਹੈ। ਬਖਸ਼ਬੰਦੀ ਕਰਵਾਉਣ ਲਈ ਮੂੰਹ ਕਾਲਾ ਕਰਕੇ ਆਪ ਜੀ ਕੋਲ ਆਇਆ ਹੈ। ਸਤਿਗੁਰੂ ਜੀ ਨੇ ਬਚਨ ਕੀਤਾ, ਮੈਂ ਤੇ ਇਸ ਨੂੰ ਮੂੰਹ ਕਾਲਾ ਕਰਨ ਲਈ ਨਹੀਂ ਕਿਹਾ। ਇਸ ਨੇ ਇਸ ਤਰ੍ਹਾਂ ਕਿਉਂ ਕੀਤਾ ਹੈ? ਇਸ ਤਰ੍ਹਾਂ ਦੀ ਬਖਸ਼ਬੰਦੀ ਹੋ ਨਹੀਂ ਸਕਦੀ। ਜੇ ਬਖਸ਼ਬੰਦੀ ਕਰਵਾਉਣੀ ਹੈ ਤੇ ਸੰਗਤ ਵਿੱਚ ਆ ਕੇ ਅਰਜ਼ ਕਰੇ ਅਤੇ ਆਪਣੀ ਗਲਤੀ ਦੱਸੇ। ਠੇਕੇਦਾਰ ਨੇ ਸੰਗਤ ਵਿੱਚ ਜਾ ਕੇ ਅਰਜ਼ ਨਹੀਂ ਕੀਤੀ ਤੇ ਉਸ ਦੀ ਬਖਸ਼ਬੰਦੀ ਵੀ ਨਹੀਂ ਹੋਈ। ਹੌਲੀ ਹੌਲੀ ਉਸ ਦੀਆਂ ਦੋਨੋਂ ਅੱਖਾਂ ਦੀ ਨਜ਼ਰ ਚਲੀ ਗਈ। ਨਜ਼ਰਾਂ ਠੀਕ ਕਰਨ ਲਈ ਬੜੀਆਂ ਦਵਾਈਆਂ ਖਾਧੀਆਂ ਪਰ ਕੋਈ ਵੀ ਦਵਾਈ ਕੰਮ ਨਹੀਂ ਕੀਤੀ, ਕਿਉਂਕਿ ਸੱਚੇ ਪਾਤਸ਼ਾਹ ਜੀ ਦੀ ਰਸਨਾ ਤੋਂ ਠੇਕੇਦਾਰ ਸੰਤੋਖ ਸਿੰਘ ਲਈ ਅੰਨੇ ਹੋਣ ਦਾ ਬਚਨ ਹੋਇਆ ਸੀ। ਸਤਿਗੁਰੂ ਜੀ ਕੋਲੋਂ ਠੇਕੇਦਾਰ ਸੰਤੋਖ ਸਿੰਘ ਨੇ ਬਖਸ਼ਬੰਦੀ ਨਹੀਂ ਕਰਵਾਈ ਤੇ ਕੁਝ ਸਮੇਂ ਬਾਅਦ ਉਹ ਬਿਨਾਂ ਬਖਸ਼ਬੰਦੀ ਤੋਂ ਚੜ੍ਹਾਈ ਕਰ ਗਿਆ। ਧੰਨ ਹਾਜ਼ਰਾ ਹਜ਼ੂਰ, ਪਹਿਰੇ ਦੇ ਮਾਲਕ ਅਕਾਲ ਪੁਰਖ ਸਤਿਗੁਰੂ ਜਗਜੀਤ ਸਿੰਘ ਜੀ, ਰੱਖ ਲਵੋ, ਬਖਸ਼ ਲਵੋ ਤੇ ਦਰਸ਼ਨ ਦਿਓ।